ਓਕੇ ਸੋ ਅੱਜ ਅਸੀਂ ਇੱਕ ਬਹੁਤ ਇੰਪੋਰਟੈਂਟ ਟੈਕਨੀਕ ਸਿੱਖਾਂਗੇ ਟੈਪਿੰਗ। ਟੈਪਿੰਗ ਬਹੁਤ ਤਕੜੀ ਟੈਕਨੀਕ ਹੈ ਸਟ੍ਰੈਸ ਨੂੰ ਥੱਲੇ ਕਰਨ ਵਾਸਤੇ। ਪੰਜਾਬੀਆਂ ਸਟ੍ਰੈਸ ਬਹੁਤ ਲੈਂਦੇ ਆ ਤੇ ਕਈ ਵਕਤ ਉਹਨਾਂ ਨੂੰ ਪਤਾ ਨਹੀਂ ਲੱਗਦਾ ਕਿਸ ਤਰ੍ਹਾਂ ਲਾਉਣੀ ਹੈ। ਉਹ ਗੱਲਾਂ ਕਰ ਕੇ ਨਹੀਂ ਲੈਂਦੀ। ਆਮ ਪੰਜਾਬੀ ਦੀ ਸਟ੍ਰੈਸ ਗੱਲਾਂ ਕਰਕੇ ਨਹੀਂ ਲੈਂਦੀ। ਕਈ ਵਾਰੀ ਦਿਮਾਗ ਬੜਾ ਤੇਜ਼ ਹੁੰਦਾ। ਕਈ ਵਾਰੀ ਜਿਹੜੀਆਂ ਸਰੀਰ ਦੀਆਂ ਚੀਜ਼ਾਂ ਜਿਹੜੀਆਂ ਦੁਖਦੀਆਂ ਉਹ ਕਿਤੇ ਜਾਂਦੀਆਂ ਨਹੀਂ। ਪਰ ਇਹ ਇੱਕ ਟੈਕਨੀਕ ਟੈਪਿੰਗ ਦੇ ਨਾਲ ਆਦਮੀ ਕਾਫੀ ਸ਼ਾਂਤ ਹੋ ਸਕਦਾ। ਸੋ ਪਹਿਲਾਂ ਮੈਂ ਟੈਕਨੀਕ ਦੱਸੂੰਗਾ, ਫਿਰ ਅਸੀਂ ਥੋੜ੍ਹਾ ਸਟ੍ਰੈਸ ਬਾਬਤ ਗੱਲ ਕਰਦੇ ਹਾਂ। ਸੋ ਟੈਕਨੀਕ ਇਹ ਚੀਨੀਆਂ ਨੇ ਬਣਾਈ ਹੈ। ਜਿਹੜੇ ਐਕਿਊਪੰਕਚਰ ਮੈਰੀਡੀਅਨ ਪੁਆਇੰਟ ਸਾਡੇ ਕੋਲ ਬਹੁਤ ਹੈਗੇ ਆ। ਉਹ ਜਿਹੜੀਆਂ ਸੂਈਆਂ ਲਾਉਂਦੇ ਉਹ ਐਕਿਊਪੰਕਚਰ ਕਹਿੰਦੇ ਆ, ਪਰ ਜਿਹੜੇ ਪੁਆਇੰਟ ਹੈਗੇ ਉਹਨੂੰ ਮੈਰੀਡੀਅਨ ਪੁਆਇੰਟ ਕਹਿੰਦੇ ਆ। 14 ਪੁਆਇੰਟ ਹੈਗੇ ਆ ਸਰੀਰ 'ਤੇ ਜਿੱਥੇ ਜੇ ਅਸੀਂ ਟੈਪ ਕਰਦੇ ਹਾਂ ਟੈਂਸ਼ਨ ਲੈ ਜਾਂਦੀ ਹੈ। ਸੋ ਅਸੀਂ ਡੈਮੋਨਸਟ੍ਰੇਟ ਕਰਦੇ ਹਾਂ, ਤੁਸੀਂ ਨਾਲ ਕਰ ਲਓ ਅਤੇ ਹੌਲੀ ਤੁਸੀਂ ਐਕਚੁਅਲੀ ਕਾਫੀ ਛੇਤੀ 1-2 ਮਿੰਟਾਂ 'ਚ ਪੂਰਾ ਟੈਪਿੰਗ ਦਾ ਸੈੱਟ ਕਰ ਸਕਦੇ ਹਾਂ। ਤੁਸੀਂ ਰਿਪੀਟ ਵੀ ਕਈ ਵਾਰੀ ਕਰ ਸਕਦੇ ਹਾਂ until the tension is gone। ਟੈਂਸ਼ਨ ਠੀਕ ਹੋ ਗਈ। ਸੋ ਪਹਿਲਾ ਪੁਆਇੰਟ ਇਜ਼ here just on the karate chop point। ਸੋ ਚੀਚੀ ਦੇ ਥੱਲੇ ਰਿਸਟ ਤੇ ਅਸੀਂ ਟੈਪ ਕਰਦੇ ਹਾਂ। ਜਿਵੇਂ ਦੁਖਣਾ ਨਹੀਂ ਚਾਹੀਦਾ, ਪਰ ਅਸੀਂ ਜਸਟ ਪੋਲਾ ਨਹੀਂ ਕਰਦੇ, ਅਸੀਂ ਟੈਪ ਕਰਦੇ ਹਾਂ। ਸੋ ਜਸਟ ਅੱਖਾਂ ਮੀਚੋ ਜਾਂ ਖੁੱਲੀਆਂ ਰੱਖੋ, ਇੱਥੇ ਟੈਪ ਕਰੋ। ਤੁਹਾਡਾ ਸਿਰ ਆਪ ਦੱਸੂਗਾ ਜੇ ਹੌਲੀ ਕਰਨਾ, ਕਈ ਹੌਲੀ ਕਰਦੇ ਆ, ਕਈ ਛੇਤੀ ਕਰਦੇ ਆ, ਕਈ ਠੀਕ ਕਰਦੇ ਆ। ਜਸਟ ਜਿਵੇਂ ਵੀ ਕਰਦੇ ਹਾਂ ਠੀਕ ਹੈ। ਅਸੀਂ ਖੜਕਾਉਂਦੇ ਹਾਂ ਆਪਦੇ ਸਰੀਰ ਨੂੰ। ਸੋ ਅੰਦਰੋਂ ਤੁਸੀਂ ਆਪਦੇ ਆਪ ਨੂੰ ਚੈੱਕ ਕਰੋ ਕਿੰਨੀ ਕੁ ਟੈਂਸ਼ਨ ਹੈਗੀ ਹੈ ਤੁਹਾਡੇ ਸਰੀਰ ਵਿੱਚ। 0 to 10 ਰੇਟ ਕਰ ਲਓ। 7 ਹੈ, 8 ਹੈ, 5 ਹੈ, ਜਿੰਨੀ ਵੀ ਹੈਗੀ ਆ ਇੱਕ ਨੰਬਰ ਮਨ ਵਿੱਚ ਲੈ ਲਓ ਅਤੇ ਫਿਰ ਟੈਪਿੰਗ ਸ਼ੁਰੂ ਕਰ ਲਓ। ਨੈਕਸਟ ਪੁਆਇੰਟ ਹੈਗਾ ਆਈਬ੍ਰਾਓ ਦੇ ਉੱਤੇ, ਜਸਟ ਔਨ ਦੀ ਇਨਸਾਈਡ ਆਈਬ੍ਰਾਓ ਜਿਹੜੀ ਵਿੱਚ ਹੈਗੀ ਹੈ। ਸੋ ਅਸੀਂ ਟੈਪਿੰਗ ਇੱਥੇ ਕਰਦੇ ਹਾਂ ਅੱਖ ਦੇ ਉੱਤੇ। ਜਿਹੜੇ ਵਾਲ ਇੱਥੇ ਹੈਗੇ ਆ ਤੇ ਹੁਣ ਅੱਖ ਦੇ ਪਾਸੇ ਇੱਥੇ ਅੱਖ ਦੇ ਥੱਲੇ ਯੂਜੂਅਲੀ 15 ਕੁ ਵਾਰੀ ਇੱਕ ਥਾਂ 'ਤੇ ਟੈਪ ਕਰਕੇ ਠੀਕ ਰਹਿੰਦਾ, ਪਰ ਜਿੰਨਾ ਮਰਜ਼ੀ ਤੁਹਾਨੂੰ ਠੀਕ ਲੱਗਦਾ। ਨੱਕ ਦੇ ਥੱਲੇ, ਚਿੰਨ ਠੋਡੀ ਤੇ, ਛਾਤੀ ਤੇ, ਛਾਤੀ ਤੇ ਕਿਤੇ ਵੀ ਜਿੱਥੇ ਠੀਕ ਲੱਗਦਾ। ਕਾਲਰ ਬੋਨ ਤੇ ਇੱਕ ਉਂਗਲ ਹੋਣੀ ਚਾਹੀਦੀ ਹੈ, ਪਰ ਇੱਥੇ ਜਿੱਥੇ ਵੀ ਤੁਹਾਨੂੰ ਵਧੀਆ ਲੱਗਦਾ। ਹੁਣ ਆਰਮਪਿਟ ਦੇ ਥੱਲੇ ਇੱਥੇ ਅਸੀਂ ਰਿਬਸ ਤੱਕ ਪਹੁੰਚਣਾ। ਇੱਥੇ ਥੋੜ੍ਹਾ ਕਦੇ ਦੁਖਦਾ, ਜੇ ਦੁਖਦਾ ਥੋੜ੍ਹਾ ਪੋਲਾ ਕਰ ਲਓ। ਬਾਹਲਾ ਨਾ ਦੁਖਣਾ ਚਾਹੀਦਾ, ਪਰ ਖੜਕਾਉਣਾ ਚਾਹੀਦਾ। ਨੈਕਸਟ ਪੁਆਇੰਟ ਹੱਥ ਤੇ ਅਸੀਂ ਪੁਆਇੰਟ ਕਰਨਾ ਉਂਗਲ ਤੇ। ਜਿਹੜੀ ਨੇਲ ਹੈ ਜਸਟ ਆਪਦੇ ਪੱਟਾਂ ਤੇ ਆਪਦੇ ਹੱਥ ਰੱਖ ਲਓ ਤੇ ਜਿੱਥੇ ਨੇਲ ਹੈ ਇਨਸਾਈਡ ਫਿੰਗਰ ਟਿਪ। ਹੁਣ ਚੌਥੀ ਉਂਗਲ ਇੱਥੇ ਪੱਟ ਤੇ
ਤੇ ਬਹੁਤ ਸੋਚਣ ਦੀ ਲੋੜ ਨਹੀਂ, ਜਸਟ ਮਹਿਸੂਸ ਕਰੋ ਕੀ ਹੋ ਰਿਹਾ। ਹੁਣ ਤੀਜੀ ਉਂਗਲ ਤੇ ਇਨਸਾਈਡ ਨੇਲ, ਲਾਈਕ ਰਾਈਟ ਦੇयर। ਟੇਬਲ ਤੇ ਵੀ ਹੱਥ ਰੱਖ ਸਕਦੇ ਜੇ ਠੀਕ ਲੱਗਦਾ। ਹੁਣ ਦੂਜੀ ਉਂਗਲ ਤੇ ਅੰਗੂਠਾ ਤੇ। ਹੁਣ ਛਾਤੀ ਤੇ ਦੁਆਰਾ। ਇਹ ਲਾਸਟ ਪੁਆਇੰਟ ਹੈ। ਤੇ ਹੁਣ ਲੰਬਾ ਲੰਬਾ ਸਾਹ ਨੱਕ ਵਿੱਚੋਂ, ਸਾਰੀ ਟੈਨਸ਼ਨ ਇਕੱਠੀ ਕਰੋ ਤੇ ਮੂੰਹ ਖੋਲ ਕੇ ਬਾਹਰ ਕੱਢੋ। ਹਾਂ, ਇੱਕ ਹੋਰ ਵਾਰ ਸਾਹ ਅੰਦਰ, ਨੱਕ ਚੋਂ ਅੰਦਰ ਤੇ ਮੂੰਹ ਵਿੱਚੋਂ ਬਾਹਰ। ਹਾਂ, ਅੱਖਾਂ ਮੀਚ ਕੇ ਬੈਠ ਜਾਓ। ਅੰਦਰ ਝਾਤੀ ਮਾਰੋ, ਮਹਿਸੂਸ ਕਰੋ। ਤੇ ਉਹ ਜਿਹੜੀ ਟੈਨਸ਼ਨ ਪਹਿਲਾਂ ਸੀ 0 to 10, ਹੁਣ ਦੁਬਾਰਾ ਮਹਿਸੂਸ ਕਰੋ। ਜੇ ਪਹਿਲਾਂ 7 ਸੀ, ਹੁਣ ਕੀ ਹੈ? 5 4 7 6 1। ਪਰ ਜਿੰਨੀ ਵੀ ਹੈਗੀ ਹੈ ਮਹਿਸੂਸ ਕਰੋ ਕਿੰਨੀ ਹੈ ਤੇ ਕਿੱਥੇ ਤੁਸੀਂ ਸਰੀਰ ਵਿੱਚ ਮਹਿਸੂਸ ਕਰਦੇ ਹੋ। ਤੇ ਹੁਣ ਅਸੀਂ ਦੂਜਾ ਪਾਸਾ ਕਰਨਾ। ਮੈਂ ਹੌਲੀ ਹੌਲੀ ਕਰਦਾ, ਪਰ ਤੁਸੀਂ ਜਦੋਂ ਆਪ ਕਰਨ ਲੱਗ ਪਏ ਛੇਤੀ ਕਰ ਸਕਦੇ ਹੋ। ਸੋ ਦੂਜਾ ਪਾਸਾ, ਜਿਹੜਾ ਪਾਸਾ ਪਹਿਲਾਂ ਕੀਤਾ ਸੀ, ਹੁਣ ਦੂਜਾ ਪਾਸਾ ਕਰਨਾ। ਇੱਥੇ ਟੈਪਿੰਗ ਕਰਨ ਲੱਗ ਪਓ। ਪਰ ਇਸ ਵਾਰੀ ਹੁਣ ਅਸੀਂ ਥੋੜ੍ਹਾ ਵੱਖਰਾ ਕਰਨਾ। ਅਸੀਂ ਇੱਕ ਜੇ ਸਾਨੂੰ ਕੋਈ ਸ਼ਬਦ ਵਧੀਆ ਲੱਗਦਾ ਜਾਂ ਕੋਈ ਐਫਰਮੇਸ਼ਨ ਚੰਗਾ ਲੱਗਦਾ, ਜਿਵੇਂ ਸਤਨਾਮ ਸਤਨਾਮ ਵਾਹਿਗੁਰੂ, ਅਸੀਂ ਜਿਵੇਂ ਤਬਲਾ ਵਜਾਉਂਦੇ ਹਾਂ, ਟੈਪ ਟੈਪ ਟੈਪ, ਇਹ ਤੁਸੀਂ ਤੁਹਾਡੀ ਟੈਪਿੰਗ ਹੈਗਾ, ਤੁਹਾਡਾ ਤਬਲਾ। ਮਨ ਵਿੱਚ ਤੁਸੀਂ ਆਪਦਾ ਮੰਤਰ ਜਾਂ ਸ਼ਬਦ ਬੋਲਣਾ। ਕੋਈ ਵੀ ਸ਼ਬਦ ਹੋ ਸਕਦਾ, ਗੁਰਮੁਖੀ, ਜਾਂ ਜੇ ਕੋਈ ਮੁਸਲਮਾਨ ਹੈ ਉਹਨਾਂ ਦੇ ਕੋਈ ਸ਼ਬਦ ਹੋ ਸਕਦਾ, ਯਾ ਅਲੀ, ਵਾਹਿਗੁਰੂ। ਪਰ ਜਿਵੇਂ ਵੀ ਕਰਦੇ ਹਾਂ, ਲੈਟਸ ਸੇ ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ, ਤੇ ਜਸ ਮਨ ਵਿੱਚ ਕਰੀ ਜਾਓ। ਨਾਲ ਟੈਪਿੰਗ ਕਰੋ, ਨਾਲ ਮਨ ਵਿੱਚ ਕਰੋ। ਸੋ ਹੁਣ ਕਰੀ ਜਾਓ ਜਿੰਨਾ ਚਿਰ ਮਨ ਵਿੱਚ ਤੁਸੀਂ ਉਹ ਕੀਤਾ ਨਹੀਂ। ਜਦੋਂ ਚੱਲਣ ਲੱਗ ਪਿਆ, ਰਿਦਮ ਆ ਗਿਆ, ਸੁਣਦਾ ਵਾਹਿਗੁਰੂ ਔਰ ਜੋ ਵੀ ਸ਼ਬਦ, ਮੈਂ ਠੀਕ ਹੋ ਜਾਊਂਗਾ, ਜਿਹੜੀ ਮਰਜ਼ੀ ਤੁਸੀਂ ਗੱਲ ਆਪਦੇ ਆਪ ਨੂੰ ਸੁਣਾਉਣੀ ਹੈ, ਤੁਸੀਂ ਕਰ ਸਕਦੇ ਹੋ। ਜਦੋਂ ਆ ਗਿਆ ਫਿਰ ਅਸੀਂ ਦੂਜੇ ਪਾਸੇ ਕਰਨਾ। ਸੋ ਆਈਬ੍ਰਾਓ ਟਾਪ। ਹੁਣ ਮੈਂ ਥੋੜਾ ਛੇਤੀ ਕਰੂੰਗਾ ਤੇ ਜਸਟ ਸ਼ਬਦ ਸੁਣੀ ਜਾਓ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹੁਣ ਕੰਨ ਅੱਖ ਦੇ ਪਾਸੇ, ਅੱਖ ਦੇ ਥੱਲੇ, ਨੱਕ ਦੇ ਥੱਲੇ, ਠੋਡੀ ਤੇ। ਜਸਟ ਸ਼ਬਦ ਸੁਣੀ ਜਾਓ। ਤੁਸੀਂ ਵੱਖਰਾ ਸ਼ਬਦ ਵੀ ਟਰਾਈ ਕਰ ਸਕਦੇ ਹੋ, ਮੂਲ ਮੰਤਰ ਜਾਂ ਕੋਈ ਹੋਰ ਸ਼ਬਦ, ਮੈਂ ਠੀਕ ਹੋ ਜਾਊਂਗਾ। ਹੁਣ ਛਾਤੀ ਤੇ ਸ਼ਬਦ ਜਾਂ ਗੱਲ ਸੁਣੀ ਜਾਓ। ਇਹਦੇ ਨਾਲ ਡੂੰਘਾ ਜਾ ਵੜਦਾ। ਆਰਮਪਿਟ ਦੇ ਵਿੱਚ, ਤੇ ਉਂਗਲਾਂ ਤੇ।
ਪੰਜਵੀਂ ਉਂਗਲ ਤੇ ਚੀਚੀ ਤੇ 9 ਦੇ ਉੱਤੇ ਤੇ ਸ਼ਬਦ ਮਨ ਵਿੱਚ ਕਰੀ ਜਾਓ। ਹੁਣ ਚੌਥੀ ਉਂਗਲ, ਤੀਜੀ ਉਂਗਲ, ਦੂਜੀ ਉਂਗਲ, ਸ਼ਬਦ ਸੁਣੀ ਜਾਓ। ਹੁਣ ਅੰਗੂਠੇ ਤੇ ਤੇ ਛਾਤੀ ਤੇ ਲਾਸਟ ਪੁਆਇੰਟ। ਲੰਬਾ ਲੰਬਾ ਸਾਹ ਨੱਕ ਚੋਂ ਅੰਦਰ, ਮੂੰਹ ਨਾਲ ਬਾਹਰ। ਨੱਕ ਚੋਂ ਅੰਦਰ, ਮੂੰਹ ਨਾਲ ਬਾਹਰ। ਤੇ ਅੱਖਾਂ ਮੀਚ ਕੇ ਜਸਟ ਬੈਠ ਜਾਓ। ਐਂਡ ਜਸਟ ਦੁਬਾਰਾ ਰੇਟਿੰਗ ਕਰੋ। ਉਹ ਜਿਹੜੀ ਟੈਨਸ਼ਨ ਪਹਿਲਾਂ ਸੀ ਉਹ 5-7 ਸੀ, ਹੁਣ ਕਿੰਨੀ ਹੈ? ਚਲੀ ਗਈ, ਘਟ ਗਈ? ਜਿੰਨਾ ਕੁ ਅਸੀਂ ਸਵਾਦ ਟੈਪਿੰਗ ਦੀ ਟੈਕਨੀਕ ਹੈ, ਇਹ 2-3 ਮਿੰਟਾਂ 'ਚ ਹੋ ਸਕਦੀ ਹੈ। ਕਦੇ ਵੀ ਤੁਸੀਂ ਵਾਸ਼ਰੂਮ ਜਾ ਵੜੋ, ਉੱਥੇ ਕੋਈ ਨਹੀਂ ਬਾਦਰ ਕਰਦਾ, 3-4 ਮਿੰਟ ਵਾਸਤੇ ਘੱਟ ਤੋਂ ਘੱਟ। ਸੋ ਉੱਥੇ ਜਾ ਕੇ ਅਸੀਂ ਕਦੇ ਵੀ ਕਰ ਸਕਦੇ, ਜੋ ਮਰਜ਼ੀ ਜੌਬ ਹੈਗੀ ਹੈ। ਕਿਉਂਕਿ ਜੀ ਸਟ੍ਰੈਸ ਇਸ ਤਰ੍ਹਾਂ, ਪੰਜਾਬੀ ਆਦਮੀ ਦੀ ਸਟ੍ਰੈਸ ਵੱਧਦੀ ਹੁੰਦੀ ਹੈ ਦਿਨੇ ਦਿਨੇ। ਸਟ੍ਰੈਸ ਤੇ ਟਾਈਮ, ਸੋ ਆਦਮੀ ਦੀ ਸਟ੍ਰੈਸ ਵੱਧਦੀ ਜਾਂਦੀ ਹੈ। ਜਿਵੇਂ ਜੇ ਘਰ ਦੁਖੀ ਹੈ, ਘਰ ਦੁੱਖ ਹੈਗੇ ਹੈ ਜਾਂ ਕੋਈ ਪ੍ਰੋਬਲਮ ਹੈ, ਜਿਹੜਾ ਸਾਡਾ ਦਿਮਾਗ ਹੈ ਉਹ 5-10 ਗੱਲਾਂ ਹੀ ਸੋਚ ਸਕਦਾ, ਪਰ ਜਿਹੜਾ ਸਬਕੌਨਸ਼ੀਅਸ ਹੈਗਾ ਦਿਮਾਗ ਦੇ ਥੱਲੇ, ਉਹਦੇ 'ਚ ਸਾਰੀਆਂ ਜਿਹੜੀਆਂ ਗੱਲਾਂ ਤੁਹਾਨੂੰ ਤੰਗ ਕਰਦੀਆਂ ਉੱਥੇ ਰਹਿੰਦੀਆਂ। ਉਸ ਕਰਕੇ ਮਨ ਦੇ ਵਿੱਚ ਹੈਗੀ ਅਤੇ ਉਹ ਤੁਹਾਨੂੰ ਸਟ੍ਰੈਸ ਕਾਜ਼ ਕਰ ਸਕਦੀਆਂ। ਬਟ ਬਹੁਤ ਜ਼ਿਆਦਾ ਆਦਮੀ ਉਹ ਟੈਨਸ਼ਨ ਹੈਗੀ ਆ 7-8-10, ਪਰ ਉਹ ਜੇ ਕੋਈ ਪੁੱਛਦਾ ਤੂੰ ਸਟ੍ਰੈਸ 'ਚ? ਨਹੀਂ ਜੀ, ਨਹੀਂ ਜੀ, ਮੈਂ ਠੀਕ ਹਾਂ, ਚੜ੍ਹਦੀ ਕਲਾ, ਵਧੀਆ। ਬਿਕਾਜ਼ ਉਹ ਇੰਨਾ ਚਿਰ ਸਟ੍ਰੈਸ ਵਿੱਚ ਰਹਿੰਦੇ ਆ, ਉਹਨਾਂ ਨੂੰ ਲੱਗਦਾ ਸਟ੍ਰੈਸ ਇੰਨੀ ਜਸਟ ਨੋਰਮਲ ਹੈ, ਆਮ ਜਸਟ ਇਹੀ ਹੈ। ਪਰ ਜਦੋਂ ਬਚਪਨ 'ਚ ਸੀਗੇ, ਜਦੋਂ ਨਿਆਣੇ ਸੀ, ਉਹ ਕੋਈ ਟੈਨਸ਼ਨ ਨਹੀਂ ਲੈਂਦੇ। ਉਹ ਬੰਦਾ ਵੀ ਇਸ ਤਰ੍ਹਾਂ ਸੀਗਾ ਇੱਕ ਟਾਈਮ 'ਤੇ। ਅਤੇ ਲਾਈਫ ਦੇ ਨਾਲ, ਪ੍ਰੋਬਲਮਸ ਦੇ ਨਾਲ ਟੈਨਸ਼ਨ ਵੱਧ ਜਾਂਦੀ ਹੈ। ਕਈਆਂ ਨੂੰ ਪਤਾ ਨਹੀਂ ਲੱਗਦਾ, ਐਂਗਜ਼ਾਇਟੀ, ਟੈਨਸ਼ਨ, ਡਿਪਰੈਸ਼ਨ, ਕਈ ਵਾਰੀ ਇਹ ਚੀਜ਼ਾਂ ਹੈਗੀਆਂ ਪਰ ਆਦਮੀ ਨੂੰ ਪਤਾ ਨਹੀਂ ਲੱਗਦਾ। ਪਰ ਉਹ ਡਾਕਟਰ ਕੋਲ ਜਾਂਦਾ ਅਤੇ ਕਹਿੰਦਾ ਮੇਰਾ ਢਿੱਡ ਦੁਖਦਾ, ਗਰਦਨ ਮੱਚਦਾ ਜਾਂ ਕੁਛ ਹੋਰ ਹੁੰਦਾ। ਸਾਰੇ ਟੈਸਟ ਕੀਤੇ, ਸਾਰਾ ਕੁਛ ਠੀਕ ਹੈ, ਪਰ ਫਿਰ ਵੀ ਪ੍ਰੋਬਲਮ ਹੈ। ਸੋ ਜੀ ਆਹ ਜਿਹੜਾ ਟੈਪਿੰਗ ਹੈਗਾ, ਇਹ ਇੱਕ ਵਧੀਆ ਤਰੀਕਾ ਹੈਗਾ। ਇਹ ਗੋਲੀ ਸਮਝ ਕੇ ਕਰਿਆ ਕਰੋ। ਮਤਲਬ ਜੇ ਤਾਂ ਤੁਸੀਂ ਇਹੋ ਜਿਹੇ ਬੰਦੇ ਹੈਗੇ ਆ ਜਿਹੜਾ ਤੁਹਾਨੂੰ ਸਟ੍ਰੈਸ ਹੈ ਅਤੇ ਤੁਹਾਨੂੰ ਪਤਾ ਨਹੀਂ ਲੱਗਦਾ, ਠੀਕ ਹੈ, ਸੋ ਅਸੀਂ ਇੱਦਾਂ ਕਰ ਸਕਦੇ ਹਾਂ ਜਸਟ ਟੈਪਿੰਗ ਦੇ ਨਾਲ। ਸੋ ਟੈਪਿੰਗ ਦੇ ਨਾਲ ਕੀ ਹੋਊਗਾ, ਤੁਹਾਡੀ ਟੈਨਸ਼ਨ ਲੈ ਜੂਗੀ, ਉਹ ਮੈਰੀਡੀਅਨ ਪੁਆਇੰਟਸ ਤੋਂ ਨਿਕਲ ਜਾਂਦੀ ਹੈ। ਸੋ ਟੈਨਸ਼ਨ ਤੁਸੀਂ ਲੋ ਹੋ ਜਾਓਗੇ ਅਤੇ ਫਿਰ ਦੁਬਾਰਾ ਵੱਧ ਜੂਗੀ, ਫਿਰ ਦੁਬਾਰਾ ਜਸਟ ਟੈਪਿੰਗ ਕਰ ਲਓ, ਸਕੈਜੂਲ ਕਰ ਦਿਓ। 3 ਵਾਰੀ ਦਿਨ 'ਚ ਤੁਸੀਂ ਕਰਨਾ ਹੀ ਕਰਨਾ। ਕਿਹਦੇ ਕੋਲ 3-4 ਮਿੰਟ ਨਹੀਂ ਹੈਗੇ 3 ਵਾਰੀ ਦਿਨ 'ਚ? 9 ਮਿੰਟ ਸਾਰਿਆਂ ਦੇ ਕੋਲ ਹੈਗੇ ਆ। ਅਤੇ ਜਦੋਂ ਤੁਸੀਂ ਇਸ ਤਰ੍ਹਾਂ ਕਰਨ ਲੱਗ ਪਏ, 1-2 ਮਹੀਨੇ ਬਾਅਦ ਤੁਸੀਂ ਮਹਿਸੂਸ ਕਰਨ ਲੱਗ ਜਾਓਗੇ ਕਦੋਂ ਤੁਸੀਂ ਟੈਨਸ਼ਨ 'ਚ
कई बारी जिहड़ी गल सानूं टेंशन च पाउंदी है वो 2-3 महीने पहलां होई सी असीं भुल जन्ने पर अंदरों असीं नहीं भुलदे। सो उस करके जदों असीं प्रॉब्लम च आउंदी मेरा गर्दन मचदा है जां मेरा ढूई दुखदी है जां कुछ होर वो पहले वाली टेंशन करके है पर दिमाग च आई नहीं। उस करके सोचते हैं अज की होया कल की होया कुछ नहीं होया मैं बीमार है। नहीं जी टेंशन इस तरह होंदी लैंदी नहीं जस्ट इकट्ठी होंदी है तो तुहानूं पता नहीं लगता। पर जे तुहाडी प्रॉब्लम इन्नी टेंशन इत्थे तक जे आ लैवल तो वध हो गया तो लाइक स्टमक दुखूगा ठीक है जे इत्थे तक वो दुखूगा जे तुसीं 3 वारी टैपिंग करन लग पे दिन च फिर इत्थे तक पहुँचते नहीं तुसीं आपे तुहाडा ढिड दुख नूं हट जूगा जे तुसीं रैगूलर हैगे। जदों असीं पाठ नाल कंबाइन करते हैं ਇਹਦਾ ਅਸਰ ਜ਼ਿਆਦਾ ਹੋ ਜਾਂਦਾ। ਜਦੋਂ ਕਈ ਆਦਮੀ ਉਹ ਪਾਠ ਕਰਦੇ ਆ ਉਹ ਵਧੀਆ ਫੀਲ ਕਰਦੇ ਜਾਂ ਮਹਾਂਪੁਰਖ ਕੋਲ ਜਾਂਦੇ ਆ ਜਾਂ ਕੁਛ ਹੋਰ ਉਹ ਵਧੀਆ ਫੀਲ ਕਰਦੇ ਆ ਮੰਦਰ ਜਾਂਦੇ ਆ ਮਸਜਿਦ ਜਾਂਦੇ ਆ ਉਹ ਵਧੀਆ ਫੀਲ ਕਰਦੇ ਆ ਜਿੰਨਾ ਚਿਰ ਉੱਥੇ ਹੈਗੇ ਆ ਪਰ ਜਦੋਂ ਬਾਹਰ ਆ ਜਾਂਦੇ ਆ ਉਹ ਔਖੇ ਹੋ ਜਾਂਦੇ ਆ ਕਿਉਂਕਿ ਜਦੋਂ ਉਹ ਪਾਠ ਕਰਦੇ ਆ ਜਾਂਦੇ ਆ ਉਹ ਜਿਹੜੀਆਂ ਗੱਲਾਂ ਜਿਹੜੀਆਂ ਚੀਜ਼ਾਂ ਉੱਥੇ ਕਰਦੇ ਆ ਵਧੀਆ ਫੀਲ ਕਰਦੇ ਆ ਉਹ ਉੱਧਰ ਜਾ ਵੜਨ ਦਿਮਾਗ ਜਦੋਂ ਦਿਮਾਗ 'ਚੋਂ ਬਾਹਰ ਆ ਜਾਂਦਾ ਪਰ ਸਾਰੀਆਂ ਸਾਡੀਆਂ ਤਕਲੀਫਾਂ ਸਰੀਰ ਦੇ ਅੰਦਰ ਹੈ। ਸੋ ਜਦੋਂ ਅਸੀਂ ਟੈਪਿੰਗ ਕਰਦੇ ਹਾਂ ਇਟਸ ਲਾਈਕ ਮੈਂ ਕਹਿੰਦਾ ਹੈਲੋ ਹਾਊ ਆਰ ਯੂ ਮੈਂ ਇਸ ਵਾਰ ਮੈਂ ਐਵੇਂ ਕਹਿ ਸਕਦਾ ਜਾਂ ਮੈਂ ਐਵੇਂ ਕਹਿ ਸਕਦਾ ਹੈਲੋ ਹਾਊ ਆਰ ਯੂ ਕਿਹੜਾ ਇਫੈਕਟ ਜ਼ਿਆਦਾ ਦੂਜਾ ਕਿਉਂ ਕਿਉਂਕਿ ਕਮਿਊਨੀਕੇਸ਼ਨ ਵੱਧਦਾ ਜਦੋਂ ਅਸੀਂ ਆਪਦਾ ਹੱਥ ਐਵੇਂ ਕਰਦੇ ਹਾਂ ਤੇ ਸਮਾਈਲ ਕਰਦੇ ਹਾਂ ਤੇ ਉੱਚੀ ਆਵਾਜ਼ ਨਾਲ ਕਰਦਾ ਆਦਮੀ ਜ਼ਿਆਦਾ ਹੈਲੋ ਹਾਊ ਆਰ ਯੂ ਫੀਲ ਕਰਦਾ। ਸਾਡਾ ਪਾਠ ਵੀ ਐਵੇਂ ਹੈ ਜੇ ਅਸੀਂ ਪਾਠ ਕਰਦੇ ਹਾਂ ਪਰ ਸਾਡੇ ਕੋਲ ਬਾਹਲੀਆਂ ਤਕਲੀਫਾਂ ਸਾਡਾ ਮਨ ਪੂਰਾ ਉੱਥੇ ਜਾਂਦਾ ਨਹੀਂ ਤੇ ਪਾਠ ਦਾ ਅਸਰ ਸਰੀਰ ਵਿੱਚ ਨਹੀਂ ਆਉਂਦਾ। ਸੋ ਜਦੋਂ ਅਸੀਂ ਕੰਬਾਈਨ ਕਰਦੇ ਹਾਂ ਜਾਂ ਪਾਠ ਤੋਂ ਪਹਿਲਾਂ ਜਾਂ ਜਦੋਂ ਜੇ ਅਸੀਂ ਸਾਡੀ ਟੈਨਸ਼ਨ ਅਸੀਂ ਆਪ ਘਟਾਉਂਦੇ ਹਾਂ ਇਹੋ ਜਿਹੀਆਂ ਤਰੀਕੇ ਨਾਲ ਜਾਂ ਤੁਰ ਕੇ ਜਾਂ ਹੋਰ ਤਰੀਕੇ ਬਹੁਤ ਤਰੀਕੇ ਹੈਗੇ ਇਹ ਜਸਟ ਇੱਕ ਹੈ ਫਿਰ ਉਹ ਜਿਹੜੀਆਂ ਵਧੀਆ ਚੀਜ਼ਾਂ ਅਸੀਂ ਕਰਦੇ ਉਹਦਾ ਫਾਇਦਾ ਜ਼ਿਆਦਾ ਹੁੰਦਾ ਬਿਕਾਜ਼ ਸਾਡਾ ਧਿਆਨ ਵੱਧ ਹੁੰਦਾ। ਸੋ ਜੀ ਅੱਜ ਅਸੀਂ ਜਸਟ ਟੈਪਿੰਗ ਸਿਖਾਈ ਹੈ ਇਹ ਤੁਸੀਂ ਬਹੁਤ ਛੇਤੀ ਕਰ ਸਕਦੇ ਹਾਂ ਵੀਡੀਓ ਕਈ ਵਾਰੀ ਵੇਖ ਲਓ ਜਦੋਂ ਤੁਹਾਨੂੰ ਯਾਦ ਆ ਗਏ 14 ਪੁਆਇੰਟ ਕਿਹੜੇ ਹੈ 14 ਪੁਆਇੰਟ ਇੱਕ ਪਾਸੇ 2 ਸਾਹ ਅਤੇ 14 ਪੁਆਇੰਟ ਦੂਜੇ ਪਾਸੇ 2 ਸਾਹ ਇੰਨੀ ਕੀ ਗੱਲ ਹੈ ਸਿੱਖ ਲਓ ਪ੍ਰੈਕਟਿਸ ਕਰੋ 2-3 ਟਾਈਮਸ ਅ ਡੇ ਅਤੇ ਤੁਸੀਂ ਵੇਖ ਲਓ 1-2 ਮਹੀਨੇ ਦੇ ਵਿੱਚ ਕਿੰਨਾ ਕੁ ਫਰਕ ਪੈ ਗਿਆ ਤੁਹਾਡੀ ਟੈਨਸ਼ਨ 'ਚ। ਅਤੇ ਆਹ ਵੀਡੀਓ ਹੋਰ ਵੀ ਹੈਗੀ ਹੈ ਸੋ ਤੁਸੀਂ ਹੋਰ ਵੀ ਵੇਖ ਸਕਦੇ ਜਿੰਨਾ ਕੁ ਤੁਸੀਂ ਜ਼ਿਆਦਾ ਸਿੱਖਦੇ ਆ ਟੈਨਸ਼ਨ ਬਾਬਤ ਉਹਨਾਂ ਕੁ ਜ਼ਿਆਦਾ ਤੁਹਾਨੂੰ ਹੀਲਿੰਗ ਹੋਊਗੀ। ਓਕੇ ਜੀ ਥੈਂਕ ਯੂ ਜੀ ਸਤਿ ਸ਼੍ਰੀ ਅਕਾਲ।